ਬਾਲ ਸਾਰਿਆਂ ਦਾ ਨਕਮਾ ਹੁੰਦਾ ਨਾ ਉਹਨੂੰ ਜਾਂ ਤੇ ਉਹਨੂੰ ਹਿਫਜ਼ੇ ਪਾ ਦਿੰਦੇ ਆ ਤੇ ਜਾਂ ਉਹਨੂੰ ਮਿਸਤਰੀਆਂ ਕੋ ਘੱਲ ਦਿੰਦੇ ਆ। ਮਿਸਤਰੀਆਂ ਕੋ ਘਲਾ ਦਿੰਦੇ ਸਭ ਤੋਂ ਮਾੜਾ ਬੱਚਾ ਜਿਹੜਾ ਹੈ ਨਾ ਉਹ ਮਿਸਤਰੀਆਂ ਕੋ ਭੇਜ ਦਿੰਦੇ। ਮੇਰੇ ਕੋਲ ਯਕੀਨ ਜਾਣੋ ਮੇਰੇ ਕੋਲ ਯਕੀਨ ਜਾਣੋ ਮੇਰੇ ਕੋਲ ਐਸੇ ਸ਼ਾਗਿਰਦ ਆਂਦੇ। ਮੇਰੇ ਕੋਲ ਇੱਕ ਬੱਚਾ ਆਇਆ, ਮੈਂ ਕਿਸੇ ਦੀ ਬਖਤੋਈ ਨਹੀਂ ਕਰਦਾ, ਆਪਣੇ ਬੱਚੇ ਹੁੰਦੇ ਸਾਰੇ ਮੇਰੇ ਸ਼ਾਗਿਰਦ ਆ ਬੱਚੇ। ਉਹ ਬੱਚਾ ਆਇਆ ਤੇ ਮੈਂ ਉਹਨੂੰ ਕੰਮ ਸਿੱਖਣ ਵਾਸਤੇ ਰੱਖ ਲਿੱਤਾ ਜੀ। ਤੇ ਉਹਦਾ ਉਸਤਾਦ ਆ ਗਿਆ ਸਕੂਲ ਦਾ, ਕਹਿੰਦੇ ਨਦੀਮ ਸਾਹਿਬ ਆ ਬੱਚੇ ਨੂੰ ਵੀ ਕੰਮ ਸਿੱਖਣ ਵਾਸਤੇ ਰੱਖਿਆ ਜੀ। ਮੈਂ ਕਿਹਾ ਹਾਂ। ਕਹਿੰਦੇ ਯਾਰ ਸਾਰੀ ਦੁਨੀਆ ਸਿੱਖ ਜਾਣੀ, ਐਨੇ ਨਹੀਂ ਸਿੱਖਣੀ। ਮੈਂ ਕਿਹਾ ਕਿ ਕਹਿੰਦੇ ਬਹੁਤ ਹੀ ਨਲਾਇਕ ਹੈ। ਮੈਂ ਕਿਹਾ ਯਾਰ ਕੋਈ ਗੱਲ ਨਹੀਂ, ਅਗਰ ਅਮਰੀਕਾ ਵਾਲੇ ਨਾਸਾ ਵਾਲੇ ਬਾਂਦਰਾਂ ਕੋਲੋਂ ਜਹਾਜ਼ ਉਡਾ ਸਕਦੇ ਤੇ ਯਾਰਾ ਇਨਸਾਨ ਦਾ ਬੱਚਾ ਤੇ ਉਹ ਮੈਂ ਉਹਦੇ ਕੋਲ ਵੈਸੇ ਹੀ ਬਾਈ ਦੇ ਵੇ ਪੁੱਛ ਲਿੱਤਾ। ਮੈਂ ਕਿਹਾ ਯਾਰ ਬੇਟਾ ਤੂੰ 9ਵੀਂ ਚ ਆਇਆ ਤੇ ਮੈਨੂੰ ਇੱਕ ਗੱਲ ਦਾ ਦੱਸ, 17 ਚ 10 ਜਮਾ ਕਰੀਏ ਤੇ ਕਿੰਨੇ ਹੁੰਦੇ ਆ? ਤੂੰ ਯਕੀਨ ਜਾਣੋ ਸੋਚੀ ਪੈ ਗਿਆ। ਔਰ ਯਕੀਨ ਜਾਣੋ 17 ਚ 10 ਨਹੀਂ ਸੀ ਔਰ ਕੋ ਜਮਾ ਹੋ ਰਹੇ। ਔਰ ਹੁਣ ਵੀ ਮੇਰੇ ਕੋਲ ਇੱਕ ਸ਼ਾਗਿਰਦ ਹੈਗਾ, ਉਹਨੂੰ ਵੀ 17 ਚ 10 ਨਹੀਂ ਜਮਾ ਕਰਨੇ ਆਉਂਦੇ। ਲੇਕਿਨ ਜਾਨੋ ਮੁੰਡਾ ਸਿੱਖ ਗਿਆ ਔਰ ਕਾਰੀਗਰ ਹੋ ਗਿਆ। ਪਾਕਿਸਤਾਨ 에ਅਰਪੋਰਟ ਤੇ ਗਿਆ, PIA 에ਅਰਪੋਰਟ ਤੇ ਗਿਆ, ਉਹਨਾਂ ਦੀ ਵਰਕਸ਼ਾਪ 'ਚ ਗਿਆ। ਉਹਨਾਂ ਨੇ ਉਹ ਬੱਚੇ ਦਾ ਟਰਾਈ ਲਈ, ਉਹਨਾਂ ਨੇ ਆਖਿਆ ਕੱਲ ਤੋਂ ਹੀ ਕੰਮ ਤੇ ਆ ਜਾ। ਕਿਉਂ? ਉਹਨੇ ਉਸਤਾਦਾ ਕੋ ਕੰਮ ਸਿੱਖਿਆ। ਉਹਨੇ ਕੋ 5-6 ਸਾਲ ਮੇਰੇ ਕੋਲ ਲਾਏ ਤੇ ਅੱਜ ਮਾਸ਼ਾਅੱਲਾ ਉਹ ਕਾਰੀਗਰ ਹੈ। ਲੇਕਿਨ ਗੱਲ ਆ ਕਿ ਉਹਨੇ ਸ਼ਾਗਿਰਦ ਲਾਇਆ ਵੀ ਤੇ ਸਹੀ ਟਾਈਮ। ਮੈਂ ਤੇ ਕਹਿੰਦਾ ਕੋਈ ਕੰਮ ਸਿੱਖਣ ਵਾਲਾ ਸ਼ਾਗਿਰਦ ਹੈ ਉਹ ਆ ਕੇ ਮੇਰੇ ਕੋਲ ਕੰਮ ਸਿੱਖੇ। ਮੈਂ ਤੁਹਾਡੀ ਸਾਰੀ YouTube ਦੀ ਵੀਡੀਓਜ਼ ਬਣ ਰਹੀ ਹੈ, ਮੈਂ ਬੱਚਿਆਂ ਨੂੰ ਕੰਮ ਵੀ ਸਿਖਾਉਣਾ ਹੈ, ਉਹਨਾਂ ਨੂੰ ਮਹਾਨਾ ਵਜ਼ੀਫਾ ਵੀ ਦੇਣਾ, ਰਾਇਸ਼ ਵੀ ਦੇਣਾ, ਖਾਣਾ ਵੀ ਦੇਣਾ। ਮੈਂ ਮੁੰਡਿਆਂ ਨੂੰ ਕਹਿੰਦਾ, ਮੈਂ ਕਿਹਾ ਯਾਰ ਲੱਖ ਰੁਪਈਆ ਸਾਲ ਦਾ ਮੇਰੇ ਤੇ ਮੇਰਾ ਖਰਚਾ ਹੈ, ਤੁਹਾਡੇ ਤੇ ਤੂੰ ਕੁਝ ਕੰਮ ਸਿੱਖ ਜਾਓ। ਲੇਕਿਨ ਕੰਮ ਸਿੱਖੋ ਇਹ ਨਾ ਹੋਵੇ ਕੋਈ ਮਹੀਨੇ ਬਾਅਦ ਤੁਸੀਂ ਆਖੋ ਵੀ ਸਰ ਜੀ ਹੁਣ ਇਜਾਜ਼ਤ ਦਿਓ ਅਸੀਂ ਆਦੀ ਵਰਕਸ਼ਾਪ ਬਣਾਉਣਾ ਚਾਹੁੰਦੇ ਹਾਂ। ਭਾਈ ਹੁਣੀ ਆਏ ਕਹਿੰਦੇ ਨਦੀਮ ਸਾਹਿਬ ਯਾਰ ਤੁਹਾਡੇ ਕੋਈ ਯਾਰ ਨਾ ਅਕਲ ਦੇ ਹਕੂਮਤ ਵੀ ਇਮਦਾਦ ਕਰਦੀ ਹੈ। ਮੈਂ ਕਿਹਾ ਯਾਰ ਕੋਈ ਹਕੂਮਤ ਇਮਦਾਦ ਨਹੀਂ ਕਰਦੀ, ਜਿੰਨੇ ਪੈਸੇ ਕਮਾਈਦੇ ਆ ਨਾ ਉਹ ਕਹਿੰਦੇ ਨਦੀਮ ਸਾਹਿਬ ਪੈਸੇ ਬੜੇ ਲੈਂਦੇ ਆ। ਉਹ ਮੈਂ ਕਿਹਾ ਜਿੰਨੇ ਪੈਸੇ ਮੈਂ ਲੈਣਾ ਹੈ ਨਾ ਕੁਛ ਆ ਬੱਚਿਆਂ ਤੇ ਕੁਛ ਘਰ ਦੇ ਬੱਚਿਆਂ ਤੇ, ਮੈਂ ਸਾਰੇ ਇੱਥੇ ਹੀ ਮਕਾਮ ਕੂ ਦੇਣਾ। ਪੈਸੇ ਕੀ ਕਰਨੇ? ਕੰਮ ਵੀ ਤਸੱਲੀ ਬਖਸ਼ ਹੁੰਦਾ, ਕੰਮ ਤਸੱਲੀ ਬਖਸ਼ ਕੰਮ ਤੇ ਤੁਹਾਡੇ ਵਰਗਾ ਕੌਣ ਕਰਦਾ। ਅੱਛਾ ਨਦੀਮ ਸਾਹਿਬ ਨਾਲ ਇੱਥੇ ਇੱਕ ਗੱਲ ਲਾਸਟ ਐਡ ਕਰਦੇ ਚਲੋ, ਵੀਡੀਓ ਕਾਫੀ ਲੰਬੀ ਹੋ ਜਾਣੀ ਕਿ ਖਾਸ ਤੌਰ ਤੇ ਜਿਹੜੇ ਸਾਡੇ ਫੇਮਸ ਕੰਪਨੀ ਦੇ ਟਰੈਕਟਰ ਹੈਗੇ ਆ ਨਾ ਜੀ, ਬੜੀ ਕੰਪਨੀ ਦੇ, ਸਾਰੇ ਲੋਕਾਂ ਨੂੰ ਪਤਾ ਵੀ ਉਹ ਕਿਹੜੀ ਕੰਪਨੀ ਹੈ। ਤੇ ਇਹ ਸਾਨੂੰ ਦੱਸਦੇ ਚੱਲੋ ਵੀ ਮੇਰੇ ਕੋਲ ਵੀ ਉਹੀ ਟਰੈਕਟਰ ਹੈਗਾ ਤੇ ਮੈਂ ਉਹਨੂੰ ਬੜੇ ਹੀ ਪਿਆਰ ਨਾਲ ਚਲਾਉਣਾ, ਕਿਉਂਕਿ ਮੈਂ ਖੁਦ ਚਲਾਉਣਾ, ਮੈਂ ਡਰਾਈਵਰ ਨਹੀਂ ਰੱਖਿਆ ਹੋਇਆ ਤੇ ਮੈਂ ਉਹਨੂੰ ਬੜੇ ਪਿਆਰ ਨਾਲ ਚਲਾਉਣਾ, ਕਿਉਂਕਿ ਅਗਰ ਉਹਦੀ ਕੋਈ ਚੀਜ਼ ਖਰਾਬ ਹੋਈ ਤੇ ਪੈਸੇ ਤਾਂ ਮੇਰੇ ਲੱਗਣੇ ਨਾ ਜੀ। ਤੇ ਲੇਕਿਨ ਫਿਰ ਵੀ ਉਹ ਸ਼ਾਮ ਨੂੰ ਜਿਹੜਾ ਹੈ ਨਾ ਲੀਟਰ ਕੁਆਇਲ ਖਾ ਜਾਂਦਾ ਹੈ ਜੀ। ਮੈਂ ਦੱਸਣਾ ਉਹਦੀ ਵਜ੍ਹਾ ਦੇਖੋ, ਮੇਨ ਚੀਜ਼ ਉਹਦੀ ਆ ਹੈ ਕਿ ਇੱਕ ਤੇ ਸਭ ਤੋਂ ਪਹਿਲੀ ਚੀਜ਼ ਆ ਤੁਸੀਂ ਯਾਦ ਰੱਖੋ, ਕੰਪਨੀ ਪਰਕਨ ਕੀ ਕਹਿੰਦੀ ਹੈ? ਪਰਕਨ ਕਹਿੰਦੀ ਹੈ ਇਹਨੂੰ 0.5% ਮੋਬਿਲ ਰੋਜ਼ਾਨਾ ਖਾਣਾ ਚਾਹੀਦਾ, 0.5% ਆ ਹੈ ਕਿ ਅਗਰ 100 ਲੀਟਰ ਤੁਸੀਂ ਡੀਜ਼ਲ ਸਾੜੋ ਤੇ 0.5 ਲੀਟਰ ਅਗਰ ਰੋਜ਼ਾਨਾ ਦਾ 100 ਲੀਟਰ ਮਗਰ 0.5 ਲੀਟਰ ਮੋਬਿਲ ਖਾ ਲਏ ਤੇ ਉਹ ਇੰਜਨ ਬਿਲਕੁਲ ਓਕੇ ਆ। ਮੈਂ ਨਹੀਂ ਕਹਿੰਦਾ, ਪਰਕਨ ਕੰਪਨੀ ਕਹਿੰਦੀ ਹੈ। ਕਿਉਂ? ਹਰ ਇੰਜਨ ਇੱਕੋ ਜਿਹਾ ਬਣਦਾ ਨਹੀਂ। ਕੰਪਨੀਆਂ ਇੱਕ ਪਿਸਟਨ ਇੱਕ ਸਲੀਵ ਦਾ ਸਾਈਜ਼ ਨਹੀਂ ਲੈਂਦੀਆਂ, ਉਹਨਾਂ ਨੇ ਟੋਲਰੈਂਸ ਦੇ ਵਿੱਚ ਪਿਸਟਨ ਦਾ ਸਾਈਜ਼ ਲੈਣਾ। ਸਰ ਜੇ ਕੋਈ ਵੀ ਗੁਜ਼ਾਰਿਸ਼ ਲੈਣਾ ਉਹਦਾ ਉਹ ਥੋੜਾ ਬਹੁਤਾ ਤੇਲ ਘੱਟ ਖਾ ਜਾਂਦੀ ਹੈ। ਇਹ ਗੁਜ਼ਾਰਿਸ਼ ਵੀ ਨਾਲ ਸੁਣੀ ਜਾਓ ਨਾ ਵੀ ਆਇਲ ਤਾਂ ਖਾਵੇ ਸ਼ਾਮ ਤਾਈਂ, ਪਰ ਐਵੇਂ ਤਾਂ ਨਹੀਂ ਨਾ ਵੀ ਕਿੱਲੇ ਤੇ 5 ਲੀਟਰ ਵੀ ਖਾਵੇ ਨਾਲ ਆਇਲ ਵੀ ਖਾਵੇ ਸ਼ਾਮ ਤਾਈਂ, ਦੋਹਰਾ ਖਰਚਾ। ਐਰਾ ਇਨਸ਼ਾਅੱਲਾ ਐਰੇ ਉੱਤੇ ਨਾ ਫਿਊਲ ਦੇ ਉੱਤੇ ਨਾ ਮੈਂ ਕਾਫੀ ਸਾਰੀ ਰਿਸਰਚ ਕਰ ਰਿਹਾ ਇਨਸ਼ਾਅੱਲਾ। ਸਰ ਜੀ ਨਾ ਇਹਦੇ ਤੇ ਜ਼ਰੂਰ ਕੋਈ ਸੋਚੋ, ਜ਼ਰੂਰ ਸਾਡੇ ਨਾਲ ਇਹਦੇ ਤੇ ਰਿਸਕ ਥੋੜਾ ਜਿਹਾ ਤਾਂ ਸਾਨੂੰ ਨਾ ਇਹਦੇ ਤੇ ਦੱਸੋ ਨਾ। ਸਾਡੇ ਲਾਗੇ ਖੜਾ ਜੀ ਤੁਰਕੀ ਦਾ ਟਰੈਕਟਰ ਤਮੋਸਨ, ਠੀਕ ਹੈ ਨਾ, ਇੰਜਣ ਤੋਂ ਉਹਦੇ ਵਿੱਚ ਫੀਟ ਦੇ ਹੀ ਹੈਗੇ ਆ ਨਾ। ਆਪਣੇ ਕੋਲ ਤਾਂ ਇੱਥੇ ਪਾਕਿਸਤਾਨ ਵਿੱਚ ਤਾਂ ਫੀਟ ਨਿਊਲੈਂਡ ਵੀ ਬਦਨਾਮ ਹੈ, ਠੀਕ ਹੈ ਨਾ। ਇਸ ਵਕਤ ਤੱਕ ਤਾਂ ਆਉਣ ਵਾਲੇ ਮਾਡਲ ਵਿੱਚ ਹੋ ਸਕਦਾ ਹੈ ਕੋਈ ਫਰਕ ਪਾ ਦੇਵਣ, ਲੇਕਿਨ ਬਦਨਾਮ ਹੈ ਹਾਲੇ ਤੱਕ ਤਾਂ ਕੋਈ ਹਿੱਸੇ ਵੱਲੋਂ, ਕਿਉਂਕਿ ਉਹ ਇਹ ਆਦੀ ਉਹ ਲੋਕ ਕਹਿੰਦੇ ਆ ਵਰਕਸ਼ਾਪ ਨੂੰ ਮਾਂ ਸਮਝਦਾ ਵੀ ਚੌਥੇ ਦੇ ਮੈਨੂੰ ਮਿਲਾਵਣ ਲੈ ਚੱਲੋ। ਅੱਛਾ ਜੀ। ਤੇ ਇਹ ਜਿਹੜਾ ਖਾਸ ਤੌਰ ਤੇ ਤਾਬੇਦਾਰ ਹਾਂਜੀ ਕਿਹੜਾ ਹੈ ਨਾ ਆਪਣੀ ਬੜੀ ਕੰਪਨੀ ਦੇ ਟਰੈਕਟਰ, ਇਸ ਪਰ ਜਲਦੀ ਮੇਨਟੇਨੈਂਸ ਤਾਂ ਨਹੀਂ ਮੰਗਦੇ, ਪਰ ਮੇਨਟੇਨੈਂਸ ਨਾਲ ਗੱਲ ਉਹਨਾਂ ਦੀ ਖਰਚੇ ਦੇ ਲੱਗ ਜਾਂਦੀ ਹੈ। ਦੇਖੋ ਜੀ ਇਸ ਕੰਮ ਦੇ ਉੱਤੇ ਬਾਹਰ ਦੁਨੀਆ ਤੇ ਬੜਾ ਕੰਮ ਹੋ ਰਿਹਾ। ਹਾਂਜੀ, ਅਰਬਾਂ ਕਰੋੜਾਂ ਰੁਪਏ ਲੋਕ ਇਸ ਚੀਜ਼ ਦੀ ਰਿਸਰਚ ਤੇ ਲਾ ਰਹੇ ਆ
ਕਿਸੇ ਤਰ੍ਹਾਂ ਟਰੈਕਟਰ ਦਾ ਜਿਹੜਾ ਫਿਊਲ ਹੈ ਜਾਂ ਕਿਸੇ ਵੀ ਇੰਜਨ ਦਾ ਫਿਊਲ ਹੈ ਉਹ 10% 20% ਘੱਟ ਹੋ ਜਾਏ। ਹਾਂਜੀ ਔਰ ਇਸ ਟੈਕਨੋਲੋਜੀ ਤੇ ਬੜਾ ਕੰਮ ਹੋ ਰਿਹਾ ਹੈ। ਅਫਸੋਸ ਹੈ ਕਿ ਸਾਡੇ ਮੁਲਕ 'ਚ ਇਸ ਤੇ ਕੰਮ ਨਹੀਂ ਹੋ ਰਿਹਾ। ਜੀ ਇਹਦੇ ਵਾਸਤੇ ਬੜਾ ਪੈਸੇ ਦੀ ਜ਼ਰੂਰਤ ਹੈ, ਸਰਮਾਏ ਦੀ ਜ਼ਰੂਰਤ ਹੈ, ਇੰਜਨਾਂ ਦੇ ਟੈਸਟ ਟਰਾਇਲ ਦੀ ਜ਼ਰੂਰਤ ਹੈ। ਜੀ। ਲੇਕਿਨ ਮੈਂ ਇਹ ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਮੈਂ ਤੇ ਸ਼ੁਰੂ ਕਰ ਦਿੱਤਾ ਹੈ 85 ਦੇ ਅੱਲਾਹ ਤੁਹਾਨੂੰ ਵਿੱਚ। ਕਾਮਯਾਬ ਅੱਲਾਹ ਕਰੇ ਜੀ। ਕਰੀਮ ਤੁਸੀਂ ਬਸ ਦੁਆ ਕਰੋ ਮੇਰੇ ਵਾਸਤੇ। ਇਨਸ਼ਾਅੱਲਾ ਜੀ। ਜਿਸ ਤਰ੍ਹਾਂ ਮੈਂ ਗਾਜ਼ੀ ਜਿੰਨੀ ਦੇ ਨੀਅਤ ਵਿੱਚ ਸਾਫ਼ ਹੁੰਦੀ ਉਹ ਕਾਮਯਾਬ ਗਾਜ਼ੀ ਦੇ ਹੁੰਦਾ ਜੀ। ਵਿੱਚ ਮੈਂ ਉਹ ਪਿਸਟਨ ਬਣਾਏ ਸੀ ਜਿਹਦੇ ਨਾਲ ਗੈਸਕਟ ਦਾ ਮਸਲਾ, ਗੈਸਕਟ ਸੜਨ ਦਾ ਮਸਲਾ ਹੱਲ ਹੋਏ। ਤੇ ਮੈਂ ਲੋਕਾਂ ਨੂੰ ਕਿਹਾ ਸੀ ਮੇਰੇ ਵਾਸਤੇ ਦੁਆ ਕਰੋ। ਤੇ ਯਕੀਨ ਜਾਣੋ ਲੋਕਾਂ ਨੇ ਟੈਲੀਫੋਨ ਕਰਕੇ ਪੁੱਛਿਆ, ਉਹ ਕਹਿੰਦੇ ਨਦੀਮ ਸਾਹਿਬ ਅਸੀਂ ਰੋਜ਼ਾ ਰਸੂਲ ਤੇ ਬਹਿ ਕੇ ਵੀ ਤੁਹਾਡੇ ਵਾਸਤੇ ਦੁਆਵਾਂ ਮਾਸ਼ਾਅੱਲਾ ਜੀ। ਕੀਤੀਆਂ। ਤੇ ਉਹ ਮਾਸ਼ਾਅੱਲਾ ਸਾਡਾ ਇੰਨਾ ਕਾਮਯਾਬ ਹੋਇਆ। ਜਿਹੜਾ ਉਹ ਗੈਸਕਟ ਦਾ ਮਾਮਲਾ ਕਾਲਰਾ ਵਾਲਾ ਕੀਤਾ, ਉਹ ਗਾਜ਼ੀ ਜਿਹੜੇ ਗੈਸਕਟ ਸਾੜਦੇ ਸੀ ਉਹ ਹਟ ਗਏ। ਐਸੇ ਤਰ੍ਹਾਂ ਹੁਣ ਮੈਂ ਇੱਕ ਫਿਊਲ ਦੇ ਉੱਤੇ ਐਕਸਪੈਰੀਮੈਂਟ ਕਰ ਰਿਹਾ ਜੀ ਔਰ ਉਹਦੇ ਵਿੱਚ ਪਹਿਲੇ ਜਿਹੜੇ ਪਿਸਟਨ ਹੈ ਨਾ, ਮੈਂ ਉਹ ਜਿਹੜਾ 165 ਹੈ ਉਹਦੇ ਵਿੱਚ ਪਾਏ ਆ। ਉਹ ਜਿਹੜਾ ਟਰੈਕਟਰ ਹੈ ਨਾ 165 ਜਿਹਨੂੰ ਮੈਂ 100 HP ਕੀਤਾ ਹੈ, ਉਹਦੇ ਚ ਫਿਊਲ ਐਫੀਸ਼ੀਐਂਟ ਪਿਸਟਨ ਨੰਬਰ 1 ਮੈਂ ਪਾਇਆ। ਠੀਕ ਹੈ। फिर पिस्टन नंबर 2 भी मैं बना लेता है, फिर पिस्टन नंबर 3 भी बना लेता है। आ सारे इको ही पिस्टन है, लेकिन एरे विच थोड़िया तब्दीली है। वो सारे पिस्टन मैं मुख्तलिफ इंजनां च ट्राई कर रहा है। पिस्टन नंबर जेड़ा 1 है वो ट्राई वास्ते 2 गड्डियां च चला गया है। पिस्टन नंबर 2 जेड़ा वो गड्डियां च हुण पैना शुरू हो गया है। पिस्टन नंबर 3 भी फिर गड्डियां च पाएंगे। ਇਹਨਾਂ ਚੋਂ ਅਸੀਂ ਨਿਚੋੜ ਕੱਢेंगे ਕਿਹੜੀ ਗੱਡੀ ਸਭ ਤੋਂ ਘੱਟ ਧੂੰ ਮਾਰਦੀ ਹੈ ਤੇ ਸਭ ਤੋਂ ਜ਼ਿਆਦਾ ਫਿਊਲ ਐਫੀਸ਼ੀਐਂਟ ਹੈ। ਫਿਰ ਅਸੀਂ ਆਸਤਾ ਉਹਨਾਂ 'ਚ ਦੇਖੋ ਕੰਪਨੀਆਂ ਕੀ ਕਰਦੀਆਂ, ਉਹ ਬਣਾਉਂਦੀਆਂ ਇੰਜਨ ਬਣਾ ਕੇ ਉਹਨੂੰ ਨਾਲ ਹੀ ਲੋਡ ਟੈਸਟਰ ਤੇ ਲਾ ਦਿੰਦੀ ਹੈ ਜੀ। ਉਹਨੂੰ 100 ਘੰਟਾ ਚਲਾਉਂਦੀ ਹੈ, ਉਹਦੀ ਐਵਰੇਜ ਕੱਢ ਕੇ ਅੱਗੇ ਰੱਖ ਲੈਂਦੀ ਹੈ। ਉਹ ਇੰਜਨ ਦੇ ਉੱਤੇ ਲੱਗਦਾ 2 ਲੱਖ 3 ਲੱਖ 4 ਲੱਖ। ਉਹਨਾਂ ਕੰਪਨੀਆਂ ਵਾਸਤੇ ਉਹ ਕੋਈ ਮਸਲਾ ਨਹੀਂ। ਹਾਂਜੀ ਸਾਡੇ ਮੁਲਕ ਦੀਆਂ ਵੀ ਕੰਪਨੀਆਂ ਵਾਸਤੇ ਉਹ ਕੋਈ ਮਸਲਾ ਨਹੀਂ। ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਮੈਨੂੰ, ਕੋਈ ਕੰਪਨੀ ਇਹ ਤੇ ਕੰਮ ਨਹੀਂ ਕਰਦੀ ਪਈ। ਲੇਕਿਨ ਮੈਂ ਇਹਨੂੰ ਸਟੈਪ ਬਾਈ ਸਟੈਪ ਕਰ ਰਿਹਾ। ਇੱਕ ਤਾਂ ਹੋਇਆ ਕਿ ATS ਦੇ ਆਉਣ ਨਾਲ ਨਾ ਸਾਰੀਆਂ ਕੰਪਨੀਆਂ ਜਿਹੜਾ ਨਾ ਥੋੜਾ ਲੀਆਂ। ਹਾਂ ਜੀ, ATS ਦੇ ਆਉਣ ਨਾਲ ਉੱਤੋਂ ਲਾਂਝਣ ਸਰਦੀ ਦੇ ਵਿੱਚ ATS ਦੇ ਆਉਣ ਨਾਲ ਕੁਝ ਸਾਡੇ ਵੀ ਇਸ ਫੀਲਡ 'ਚ ਆਉਣ ਨਾਲ ਬੜੀ ਦੇਰ ਤੋਂ ਮੈਂ ਲੋਕਾਂ ਨੂੰ ਦੱਸਣਾ ਸੀ, ਲੇਕਿਨ ਉਹ ਸੁਣਦੇ ਨਹੀਂ ਸੀ। ਉਹ ਮੈਨੂੰ ਕਈ ਲੋਕ ਕਹਿੰਦੇ ਜੀ ਨਦੀਮ ਸਾਹਿਬ ਅਸੀਂ 12 ਸਾਲ ਤੋਂ 20 ਸਾਲ ਤੋਂ ਕੰਮ ਕਰ ਰਹੇ ਹਾਂ, ਕਰੀ ਨਹੀਂ ਤੁਹਾਡਾ ਨਾਂ ਸੁਣਿਆ। ਹੁਣ ਜਿੱਥੇ ਜਾਈਦਾ ਤੁਹਾਡਾ ਹੀ ਨਾਂ ਅੱਗੇ ਪਿਆ ਹੁੰਦਾ। ਨਹੀਂ ਤੁਹਾਡਾ ਨਾਮ ਲੈਂਦੇ ਨੇ, ਨਾਂ ਲੈਂਦੇ। ਮੈਨੂੰ ਪੁੱਛਦੇ ਆ ਵਜ੍ਹਾ ਕੀ ਹੈ। ਤੁਸੀਂ ਡਰਦੇ ਹੋ, ਉਹ ਕਹਿੰਦੇ ਤੁਸੀਂ ਨਹੀਂ ਨਾਂ ਲੈਂਦੇ। ਨਹੀਂ ਮੈਂ ਨਹੀਂ ਕਿਸੇ ਦਾ ਨਾਂ ਲੈਂਦਾ। ਦੇਖੋ ਮੇਰੀ ਆਦਤ ਨਹੀਂ ਕਿਸੇ ਨਾਲ ਲੜਾਈਆਂ ਪਾਉਣ ਦੀ। ਤੁਹਾਡੇ ਟਰੈਕਟਰ ਨੇ ਤੇਲ ਪੀ ਕੇ ਡੀਜ਼ਲ ਹੀ ਮਹਿੰਗਾ ਕਰ ਛੱਡਿਆ ਜੀ। ਇਹ ਹਾਲ ਹੈ। ਤੇ ਉਹ ਹੁਣ ਜਿਹੜਾ ਨਾ ਹੁਣ ਹੈ ਅੱਜ ਸਭ ਤੁਹਾਡੇ ਕੋਲ ਵੀ, ਤੇ ਤੁਸੀਂ ਸਹੀ ਦੱਸਣਾ ਹੈ ਵੀ ਕਿੱਲੇ ਤੇ ਰੂਟਰ ਤੇ 10 ਤੋਂ 12 ਲੀਟਰ ਖਾਂਦਾ ਹੈ ਕਿ ਨਹੀਂ ਡੀਜ਼ਲ? 85 ਹਾਂਜੀ। ਖਾਂਦਾ ਕਿਉਂ ਨਹੀਂ ਖਾਂਦਾ? ਤੇ ਇੱਥੇ ਹੁਣ ਵੇਖੋ ਗੱਲ ਅੱਡ ਤੇ ਫਿਰ ਮੁੱਢ ਵਿੱਚ ਵੀ ਆ ਜਾਣੀ ਹੈ। ਤਮੋਸਨ ਟਰੈਕਟਰ ਸਾਡੇ ਗਵਾੜ ਖੜਾ ਹੈ ਜੀ, ਉਹ ਕਿੱਲੇ ਤੇ ਜਿਹੜੇ ਹੱਲਾਂ ਦੀ ਸੀ ਤੇ ਖਾਂਦਾ ਹੈ ਨਾ, ਉਹ ਖਾਂਦਾ ਜੀ 1.5 ਲੀਟਰ। ਤੇ ਗੋਬਲ ਤੇ ਖਾਂਦਾ ਹੈ ਜੀ, ਉਹ ਗੋਬਲ ਤੇ ਵੀ 1.5 ਲੀਟਰ ਕਿੱਲੇ ਤੇ। ਸਾਡੇ ਵਾਲਾ 385 ਖਾਂਦਾ ਹੈ ਜੀ 4 ਲੀਟਰ। ਹੁਣ ਦੱਸੋ ਵੀ ਹਾਂਜੀ, ਹੁਣ ਤੁਸੀਂ ਇਹ ਵੇਖੋ, ਹੁਣ ਜਿਹੜੇ ਲੋਕ ਕਹਿੰਦੇ ਨੇ ਐਲ ਕੂਲਰ ਦਾ ਫਾਇਦਾ ਨਹੀਂ ਹੈਗਾ ਜਾਂ ਟਰਬੋ ਦਾ ਫਾਇਦਾ ਨਹੀਂ ਹੈਗਾ, ਫਲਾਂ ਨਹੀਂ ਹੈਗਾ, ਹੁਣ ਉਹਦੇ ਵਿੱਚ ਕੀ ਕੀਤਾ ਹੋਇਆ ਕਿ ਕੂਲਿੰਗ ਸਿਸਟਮ ਅੱਛਾ ਕੀਤਾ ਹੋਇਆ। ਆਇਲ ਕੂਲਰ ਜਿਹੜਾ ਹੈ ਨਾ ਉਹ ਲੱਗਿਆ ਹੋਇਆ ਉਹਨੂੰ, ਉਸ ਤੋਂ ਬਾਅਦ ਟਰਬੋ ਪਲੱਸ ਇੰਟਰਕੂਲਰ ਜੀ, ਉਹ ਬਿਲਕੁਲ ਬੜੀ ਅੱਛੀ ਟੈਕਨੋਲੋਜੀ ਹੈ। ਹਾਂਜੀ, ਟਰਬੋ ਪਲੱਸ ਇੰਟਰਕੂਲਰ ਨਾਲ ਤੁਸੀਂ ਦੇਖੋ, ਅਸੀਂ ਉਹਨਾਂ ਨੇ ਇੰਟਰਕੂਲਰ ਨਾਲ ਇੰਜਨ ਠੰਡਾ ਕੀਤਾ, ਫਿਊਲ ਐਫੀਸ਼ੀਐਂਟ ਕੀਤਾ। ਇੰਟਰਕੂਲਰ ਹੁਣ ਇਹਦੇ ਵਿੱਚ ਟਰੈਕਟਰ 'ਚ ਆ ਜਾਏ ਆ ਹੋਰ ਬਿਹਤਰ ਹੋ ਜਾਏਗਾ ਇਨਸ਼ਾਅੱਲਾ। ਇਹਦੇ ਵਿੱਚ ਨਾ ਕਰਦੇ ਕਿਉਂ ਨਹੀਂ? ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਅੱਲਾ ਖੈਰ ਕਰੇ। ਜਿਸ ਤਰ੍ਹਾਂ ਉਹ 165 ਵਾਲਾ ਮੇਰੇ ਕੋਲ ਆਇਆ ਬੰਦਾ, ਜੋ ਉਹਨੂੰ ਮੈਂ ਦੱਸਿਆ, ਮੈਂ ਕਿਹਾ ਜੀ ਮੇਰੇ ਕੋਲ ਸਪੈਸ਼ਲ ਮੈਂ 2 ਪਿਸਟਨ ਡਿਜ਼ਾਈਨ ਕਰਕੇ ਮੰਗਵਾਏ ਆ, ਕੰਪਨੀ ਇੱਕ ਤੋਂ।
ਤੇ ਤੁਸੀਂ ਅਗਰ ਕਹੋ ਤੇ ਮੈਂ ਤੁਹਾਡੇ ਇੰਜਨ 'ਚ ਟਰਾਈ ਕਰਾਂ, ਉਹਨਾਂ ਨੇ ਕਿਹਾ ਜੀ 100 ਬਿਸਮਿਲ੍ਲਾ ਨਦੀਮ ਸਾਹਿਬ ਸਾਡੇ ਤੇ ਹੀ ਟਰਾਈ ਕਰੋ। ਤੇ ਐਸੇ ਤਰ੍ਹਾਂ ਕੋਈ ਨਾ ਕੋਈ ਅੱਲਾ ਦਾ ਬੰਦਾ ਆ ਜਾਏਗਾ ਨਾ, ਕਹੇਗਾ ਮੇਰੇ ਤੇ ਇੰਟਰਕੂਲਰ ਵੀ ਟਰਾਈ ਕਰੋ, ਆਇਲ ਕੂਲਰ ਵਾਲੇ ਤੇ ਹੁਣ ਬਹੁਤ ਸਾਰੇ ਲੋਕ ਆਣ ਬਹੁਤ ਸਾਰੇ ਆਇਲ ਕੂਲਰ ਮੇਰੇ ਕੋਲ ਹੁਣ 85 ਨੂੰ ਵੀ ਲਵਾ ਰਹੇ। ਲੋਕਾਂ ਨੂੰ ਫਾਇਦਾ ਹੋਇਆ ਜੀ ਸਾਹਿਬ, ਤਾਂ ਹੀ ਉਹ ਆਇਲ ਕੂਲਰ ਵਾਲੇ ਗਏ ਨਾ। 290 ਤੋਂ ਇਲਾਵਾ 85 ਨੂੰ ਵੀ ਆਇਲ ਕੂਲਰ ਲਾ ਦਿੱਤੇ ਮੈਂ ਕਈ ਗੱਡੀਆਂ ਨੂੰ, ਕੁਝ ਗੱਡੀਆਂ ਨੂੰ 85 ਨੂੰ ਵੀ ਲੱਗ ਗਏ ਆ। ਲੇਕਿਨ ਹੁਣ ਉਸ ਤੋਂ ਬਾਅਦ ਇੰਟਰਕੂਲਰ ਟੈਕਨੋਲੋਜੀ ਹੈ, ਇਨਸ਼ਾਅੱਲਾ और ਤੇ ਵੀ ਅਸੀਂ ਕੰਮ ਕਰਾਂਗੇ। ਆ ਟਾਈਮ ਲੱਗਦਾ, ਸਾਲ 2 ਸਾਲ ਲੱਗਦਾ। ਮੈਨੂੰ ਉਮੀਦ ਹੈ ਕਿ ਅੱਲਾ ਖੈਰ ਕਰੇ, ਅੱਲਾ ਕਰੀਮ ਮੈਨੂੰ ਵੀ ਸਿਹਤ ਦੇ, ਤੁਹਾਨੂੰ ਵੀ ਸਿਹਤ ਦੇ। ਕਾਮਯਾਬ ਨਹੀਂ ਟਰੈਕਟਰ ਨੂੰ ਅਸਾਂ ਲਾ ਕੇ ਸੁੱਟ ਦਿੱਤੀਆਂ ਨੇ। ਹਾਜੀ ਸਾਹਿਬ ਕਿਹੜਾ ਹੈ ਨਾ ਸਾਡੀਆਂ ਕੰਪਨੀਆਂ ਨੂੰ ਲਵਾਈਏ, ਅਗਲੀ ਲਾ ਕੇ ਸੁੱਟੀਏ, ਇਹ ਕੂਲਰ ਕਿਹੜਾ ਲਾ ਕੇ ਸੁੱਟੀਏ ਕਿ ਹੋਰ ਲਵਾਈਏ। ਅਸੀਂ ਜਿਵੇਂ ਹੁਣ ਆਪਣੀਆਂ ਕੰਪਨੀਆਂ ਨੇ ਹਾਜੀ ਸਾਹਿਬ ਡਿਲਕਸ ਦਿੱਤੇ ਨੇ, ਡਿਲਕਸ ਮਾਡਲ, ਤੇ ਮੈਂ ਚਾਹੁੰਦਾ ਸੀ ਵੀ ਕਹਿੰਦੇ ਕੱਪੜੇ ਕੁਪੜੇ ਨਾ ਬਦਲਦੇ, ਇਹਦੇ ਇੰਜਨ ਤੇ ਕੰਮ ਕਰਦੇ। ਤੁਸੀਂ ਮੈਨੂੰ 2 ਜੈਕ ਲਾ ਦਿਓ, ਮੇਰਾ ਵੀ ਡੀਲੈਕਸ ਬਣ ਜਾਏ। ਨਹੀਂ ਇੱਕ ਡੀਲੈਕਸ ਤੇ ਹੀ ਬਣਾ ਦਿੱਤਾ ਕਾਲਾ, 20 ਲੱਖ ਰੁਪਏ 'ਚ ਡੀਲੈਕਸ ਬਣਿਆ ਹੋਰਾ। ਅੱਛਾ, ਪੂਰਾ ਇਹਨਾਂ ਨੇ ਦੇਖਿਆ, ਚੈੱਕ ਕੀਤਾ, ਕਿਉਂ ਜੀ? ਹਾਂਜੀ 20 ਲੱਖ ਰੁਪਏ 'ਚ ਪੂਰਾ ਡੀਲੈਕਸ ਬਣ ਗਿਆ ਸੀ। ਤੇ 6 ਲੱਖ ਦਾ ਹੋਰਾ ਟਰੈਕਟਰ ਸੀ, 26 ਲੱਖ ਦੇ ਵਿੱਚ ਪੂਰਾ ਡੀਲੈਕਸ ਬਣ ਗਿਆ। ਉਹਦੇ ਵਿੱਚ ਆਇਲ ਕੂਲਰ ਵੀ ਹੈ, weight ਵੀ, ਛਤੜੀ ਵੀ, ਅਗਲਾ ਜੰਗਲਾ ਵੀ, ਲੈਂਥ ਵੀ, ਕਵਰ ਵੀ, ਹਰ ਚੀਜ਼ ਸਵਾਏ ਉਹ ਜੈਕਾਂ ਤੋਂ ਇਲਾਵਾ ਬਾਕੀ ਸਾਰਾ ਕੁਝ ਹੀ ਲਾ ਦਿੱਤਾ ਜੀ। ਅੱਛਾ ਨਾ ਜੀ ਸਰ ਜੀ, ਉਮੀਦ ਤੇ ਦੁਨੀਆ ਕਾਇਮ ਹੈ। ਬਿਲਕੁਲ ਜੀ। ਨਿਊਲੈਂਡ ਵਾਲੇ ਜਨਾਬ 3 ਮਹੀਨੇ ਆਖ ਤੇ ਵੀ 3 ਮਹੀਨਿਆਂ ਬਾਅਦ ਸਾਡਾ ਟਰੈਕਟਰ ਆ ਰਹੀ ਹੈ। ਹਾਂਜੀ ਅੱਛਾ, और जनाब 2 साल गुजर गए ट्रैक्टर वाले आ ही रही है, हाले भी 3 महीने बाद इंशाल्लाह हुन आ जाएगा। नहीं हुन तुसी ये दसो भी अपना ATS डिलक्स तकरीबन कितनी देर तक आ साडा ते अगे ही डिलक्स आया होया, डिलक्स अगे साडा ट्रैक्टर डिलक्स देख के ते अगे डिलक्स बने हुन असी करेंगे इंशाल्लाह। एदे विच भी इंशाल्लाह एक काम दी जरूरत है, लेकिन गल आ कि सारे मामलात जेडे ना वो कंपनी ने करने हुंदे है। कोई अही ते इन्हां नाल डीलर है, अही पर्सनली तौर ते कंपनी वास्ते भी काम करने हैं, पर्सनली तौर पे भी यही एफर्ट्स करने हैं। कुछ लोग मनु ऐसे भी उन कॉल करते हैं, कहते नदीम साहब ट्रैक्टर मैं भेज रहा और ते दो जो दिल करता जे ला दो, जो दिल करता जे ला दो, टानू खुली छुट्टी जी। ऐसे ऐसे हैगे आ। हुण थोड़े दिन पहले एक बंदे दा दोस्त दा जर्मनी तो आया, कहना मैनू ट्रैक्टर मैनू लभ के भी दो ते नाले बना के भी दो, ते मैनू जो दिल करदा जे ला दो, जिन्ने पैसे कहोगे कर दांगा मैं। लेकिन गल है कि ਉਹਦੇ ਵਿੱਚ ਫਿਰ ਸਾਨੂੰ ਵੀ लगन ਹੁੰਦੀ है कि यार ਇਹਨੇ ਬੰਦਾ ਚਾਹਤ ਰੱਖਦਾ ਹੈ, ਇਹਨੂੰ ਅੱਛੀ ਤੋਂ ਅੱਛੀ ਚੀਜ਼ ਲਾਈਏ, ਐਰ ਚ ਟਰਬੋ ਵੀ ਲਾਈਏ, ਐਰ ਚ ਆਇਲ ਕੂਲਰ ਵੀ ਲਾਈਏ, ਹੋ ਸਕਦਾ ਕਿਸੇ ਚ ਹੀ ਇੰਟਰਕੂਲਰ ਵੀ ਲਾ ਦਈਏ। देखो अगर ਅਸੀਂ ਕਰਾਂਗੇ कोई ना कोई और च फॉल्ट भी आएगा, कोई ना कोई मसले भी आएंगे, उस रस्ते वाल चलेंगे तो रस्ते का पता लगेगा। अगर मैं चला ही ना तो किस तरह पता लगेगा राह गलत है, ਇਹਦੇ ਵਿੱਚ ਕੀ बेहतरी करने की जरूरत जी। बिल्कुल जबरदस्त। देखो जी ठेडे खा के तुरना आंदा है। चलो सर जी माशाअल्लाह, बहुत मेहरबानी।